हाँ जी प्यारे बच्चों, मैं कुलजीत कौर ਲੈਕਚਰਰ ਬਾਇਓਲੋਜੀ ਗਵਰਨਮੈਂਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫਿਰੋਜ਼ਪੁਰ ਤੋਂ। ਅੱਜ ਆਪਾਂ ਜਿਹੜੀ ਪਹਿਲੀ ਡੇਲੀ ਡੋਜ਼ ਦੀ ਅਸਾਈਨਮੈਂਟ ਹੈ ਉਹ ਡਿਸਕਸ ਕਰਨ ਜਾ ਰਹੇ ਹਾਂ। ਤਾਂ ਫਸਟ ਜਿਹੜਾ ਲੈਸਨ ਹੈ, ਟੌਪਿਕ ਹੈ ਸਾਡਾ ਬਾਇਓਲੋਜੀ ਫॉर 11th ਕਲਾਸ ਦੇ ਲਈ, ਉਹ ਹੈ ਜੀ ਡਾਈਵਰਸਿਟੀ ਇਨ ਲਿਵਿੰਗ ਵਰਲਡ। ਤਾਂ ਚੈਪਟਰ ਦੇ ਵਿੱਚ ਟੌਪਿਕ ਹੈ ਵਾਟ ਇਜ਼ ਲਿਵਿੰਗ ਐਂਡ ਡਾਈਵਰਸਿਟੀ ਇਨ ਲਿਵਿੰਗ ਵਰਲਡ। ਇਸ ਅਸਾਈਨਮੈਂਟ 'ਚ ਪਹਿਲੇ ਨੰਬਰ 'ਤੇ ਬਾਇਓਲੋਜੀ ਦੀ ਡੈਫੀਨੇਸ਼ਨ ਜਿਹੜੀ ਆ ਉਹ ਅਸੀਂ ਡਿਸਕਸ ਕਰਾਂਗੇ। ਤਾਂ ਵਾਟ ਇਜ਼ ਬਾਇਓਲੋਜੀ? ਬਾਇਓਲੋਜੀ ਤਾਂ ਦੇਖਿਆ ਜਾਏ ਬੇਟਾ, ਬਾਇਓ ਜਿਹੜਾ ਵਰਡ ਹੈ ਇਹ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੋਇਆ ਹੈਗਾ, ਹੈ ਨਾ, ਬਾਇਓ ਐਂਡ ਲੌਜੀ। ਐਂਡ ਬਾਇਓ ਦਾ ਮਤਲਬ ਹੁੰਦਾ ਲਾਈਫ ਅਤੇ ਲੌਜੀ ਦਾ ਮਤਲਬ ਹੈ ਲੋਗੋਸ ਵਰਡ ਤੋਂ ਬਣਿਆ ਸਟੱਡੀ। ਤਾਂ ਲੋਗੋਸ ਵਰਡ ਹੈਗਾ ਲੈਟਿਨ ਵਰਡ, ਲੋਗੋਸ ਦਾ ਮਤਲਬ ਸਟੱਡੀ ਹੁੰਦਾ ਹੈ। ਬਾਇਓ ਐਂਡ ਲੋਗੋਸ, ਬਾਇਓ ਲਾਈਫ ਐਂਡ ਲੋਗੋਸ ਮੀਨਸ ਸਟੱਡੀ। ਸੋ ਇਹਨੂੰ ਸੁਮੇਲ ਜਿਹੜਾ ਦੋਨੇ ਸ਼ਬਦਾਂ ਦਾ, ਉਸ ਤੋਂ ਵਰਡ ਬਾਇਓਲੋਜੀ ਬਣਦਾ। ਔਰ ਬਾਇਓਲੋਜੀ ਇਜ਼ the branch of science which deals with the study of life forms and living processes. Then what is living? ਤਾਂ ਲਿਵਿੰਗ ਲਈ ਬੱਚੇ ਕੁਝ ਕਰੈਕਟਰਸ ਹੈ ਜਿਹੜੇ ਉਹ ਅਸੀਂ ਦੇਖਦੇ ਹਾਂ ਕਾਮਨ ਨੇ ਸਾਰਿਆਂ ਲਿਵਿੰਗ ਬੀਇੰਗਸ 'ਚ। ਤਾਂ the characters which are common in all living beings are called basic characters of living organisms. ਤਾਂ ਉਹਨਾਂ 'ਚੋਂ ਕੁਝ ਕਰੈਕਟਰਸ ਦੀ ਜਿਹੜੀ ਲਿਸਟ ਹੈ ਇਸ ਪ੍ਰਕਾਰ ਹੈ। ਆਲ ਲਿਵਿੰਗ ਆਰਗੈਨਿਜ਼ਮਸ ਗਰੋ, ਰੀਪਰੋਡਿਊਸ ਐਂਡ ਅਡੈਪਟ ਟੂ ਦ ਐਨਵਾਇਰਮੈਂਟ। ਗਰੋ ਵੱਡੇ ਹੁੰਦੇ ਹੈਗੇ, ਤੁਸੀਂ ਦੇਖਦੇ ਹੋ ਛੋਟਾ ਜਿਹਾ ਪਲਾਂਟ ਅਸੀਂ ਲਗਾਉਂਦੇ ਹਾਂ ਅਤੇ ਜਾਂ ਸੀਡ ਤੋਂ ਹੀ ਸ਼ੁਰੂ ਹੋਇਆ, ਸੀਡ ਹੈ, ਪਲਾਂਟ ਬਣ ਗਿਆ ਔਰ ਉਹ ਹੋਰ ਗਰੋ ਕਰਦੇ ਹੋਏ ਕਈ ਵਾਰੀ ਬਹੁਤ ਵੱਡਾ ਟਰੀ ਜਿਹੜਾ ਹੈ ਉਹ ਬਣ ਜਾਂਦਾ ਹੈ। ਐਂਡ ਆਲਸੋ ਰੀਪਰੋਡਿਊਸ, ਉਹਨਾਂ 'ਤੇ ਫਲਾਵਰਸ ਹੈ, ਉਹਨਾਂ ਤੋਂ ਫਲ ਬਣਦਾ ਹੈ। ਇਨ ਦ ਸੇਮ ਵੇ ਐਨੀਮਲਸ ਦੇ ਕੇਸ 'ਚ ਵੀ ਤੁਸੀਂ ਦੇਖੋ ਛੋਟਾ ਜਿਹਾ ਬੇਬੀ ਹੈ, ਉਹ ਬੋਰਨ ਹੁੰਦਾ ਹੈ, ਫਿਰ ਉਹ ਗਰੋ ਕਰ ਰਿਹਾ, ਵੱਡਾ ਹੋ ਰਿਹਾ, ਐਡਲਟ ਹੋ ਕੇ ਦੈਨ ਰੀਪਰੋਡਕਸ਼ਨ ਐਂਡ ਆਫ ਕੋਰਸ ਆਪਣੇ ਵਾਤਾਵਰਨ ਦੇ ਅਨੁਕੂਲ ਆਪਣੇ ਆਪ ਨੂੰ ਢਾਲਦਾ ਹੈ। ਫਿਰ ਹੈ ਕਿ ਲਿਵਿੰਗ ਥਿੰਗਸ ਦੀ ਇਹ ਖਾਸੀਅਤ ਹੈ ਕਿ ਉਹ ਐਨਰਜੀ ਫॉर ਮੈਟਾਬੋਲਿਜ਼ਮ ਲਈ ਯੂਜ਼ ਕਰਦੇ। ਮੈਟਾਬੋਲਿਕ ਐਕਟੀਵਿਟੀਜ਼ ਕੀ ਹੈ? ਜਿਹੜੀਆਂ ਅੰਦਰ ਸਾਰੇ ਤਰ੍ਹਾਂ ਦੀਆਂ ਕਿਰਿਆਵਾਂ ਬਾਡੀ ਦੇ ਅੰਦਰ ਹੋ ਰਹੀਆਂ ਨੇ, ਚਾਹੇ ਉਹ ਭੋਜਨ ਖਾਂਦਾ ਹੈ, ਅਲਟੀਮੇਟਲੀ ਉਹ ਫੂਡ ਜਿਹੜਾ ਹੈ ਉਸ ਤੋਂ ਅੱਗੇ ਐਨਰਜੀ ਉਸ ਨੂੰ ਮਿਲਦੀ ਹੈ। ਆਲ ਲਿਵਿੰਗ ਬੀਇੰਗਸ ਰਿਸਪੌਂਡ ਟੂ ਚੇਂਜ ਇਨ ਐਨਵਾਇਰਮੈਂਟ। ਐਨਵਾਇਰਮੈਂਟ ਦੇ ਬਾਰੇ ਸਾਨੂੰ ਕੋਈ ਵੀ ਚੇਂਜ ਹੈ, ਗਰਮੀ ਲੱਗਦੀ ਹੈ, ਸਰਦੀ ਲੱਗਦੀ ਹੈ ਤਾਂ ਉਸ ਦੇ ਪ੍ਰਤੀ ਰਿਸਪੌਂਡ ਕਰਦੇ ਹੈਗੇ। ਜਾਂ ਈਵਨ ਲਿਵਿੰਗ ਬੀਇੰਗਸ ਰਿਸਪੌਂਡ ਟੂ ਚੇਂਜ ਇਨ ਐਨਵਾਇਰਮੈਂਟ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦਾ ਰਿਸਪੌਂਸ ਦੀ ਅਸੀਂ ਗੱਲ ਕਰ ਸਕਦੇ ਹਾਂ। ਕੋਈ ਵੀ ਸਟਿਮੂਲਸ ਜਿਹੜਾ ਹੈ ਟੂ ਲਿਵਿੰਗ ਬੀਇੰਗਸ ਆਉਂਦਾ ਹੈ ਤਾਂ ਉਹ ਲਿਵਿੰਗ ਬੀਇੰਗਸ ਉਸ ਨੂੰ ਰਿਸਪੌਂਡ ਕਰਦੇ ਆ। ਜਿਸ ਤਰ੍ਹਾਂ ਕਿ ਤੁਸੀਂ ਦੇਖੋਗੇ ਕਿ ਕੋਈ ਪਿੰਨ ਤੁਹਾਡੇ ਹੱਥ 'ਚ ਖੁੱਭਦਾ ਹੈ ਅਤੇ ਤੁਸੀਂ ਹੱਥ ਦੂਰ ਕਰ ਲੈਂਦੇ ਹੋ, ਤਾਂ ਉਹ ਪਿੰਨ ਜਿਹੜਾ ਚੁੱਭਿਆ ਹੈ, ਪੇਨ ਹੋਈ, ਦੈਟ ਇਜ਼ ਸਟਿਮੂਲਸ, ਅਤੇ ਤੁਸੀਂ ਰਿਸਪੌਂਸ ਤੁਹਾਡਾ ਕੀ ਸੀ? ਤੁਸੀਂ ਆਪਣਾ ਹੱਥ ਉਸ ਤੋਂ ਦੂਰ ਕਰ ਲਿਆ। ਆਲ ਲਿਵਿੰਗ ਬੀਇੰਗਸ ਹੈਵ ਐਬਿਲਿਟੀ ਟੂ ਇਵੋਲਵ ਵਿਦ ਟਾਈਮ। ਐਵੋਲਿਊਸ਼ਨ ਜਿਹੜੀ ਹੈ ਉਹ ਹੁੰਦੀ ਹੈਗੀ ਲਿਵਿੰਗ ਬੀਇੰਗਸ ਦੇ ਵਿੱਚ। All living organisms store energy in the form of ATP in their cells. ਜਿਹੜੀ ਉਹਨਾਂ ਦੇ ਵਿੱਚ ਮੈਟਾਬੋਲਿਕ ਐਕਟੀਵਿਟੀਜ਼ ਹੁੰਦੀਆਂ ਨੇ, ਜਿੰਨੀ ਐਕਸਟਰਾ ਐਨਰਜੀ ਉਹ ਸਟੋਰ ਹੋ ਜਾਏਗੀ ਇਨ ਦਾ ਫੋਰਮ ਆਫ ATP। ਕਿੱਥੇ? ਸੈਲਸ ਦੇ ਅੰਦਰ। ਦੈਨ ਨੈਕਸਟ ਪੁਆਇੰਟ, ਆਲ ਲਿਵਿੰਗ ਬੀਇੰਗ ਡਾਈ ਐਂਡ ਆਫਟਰ ਅ ਡੈਫੀਨਿਟ ਲਾਈਫ ਸਪੈਨ। ਦੇਖੋ ਹਰੇਕ ਚੀਜ਼ ਜਿਹੜੇ ਲਿਵਿੰਗ ਬੀਇੰਗਸ ਹੈ, ਚਾਹੇ ਐਨੀਮਲਸ ਨੇ ਚਾਹੇ ਪਲਾਂਟਸ ਨੇ, ਉਹ ਕੁਛ ਅਰਸੇ ਬਾਅਦ ਉਹਨਾਂ ਦੀ ਮੌਤ ਹੁੰਦੀ ਹੈ। ਇਹ ਲਾਈਫ ਸਪੈਨ, ਯਾਨੀ ਲਾਈਫ ਸਪੈਨ ਦਾ ਮਤਲਬ ਕੀ ਹੈ? ਦੇ ਡਾਈ, ਪਹਿਲਾਂ ਤਾਂ ਉਹਨਾਂ ਦਾ ਬਰਥ ਹੋਏਗਾ ਨਾ, ਤਾਂ ਬਰਥ ਹੋਣ ਤੋਂ ਲੈ ਕੇ ਜਿੰਨਾ ਚਿਰ ਉਹ ਜਿਉਏ ਅਤੇ ਨੈਚੁਰਲ ਡੈਥ ਜਦੋਂ ਉਹਨਾਂ ਦੀ ਹੋ ਗਈ ਤਾਂ ਦਿਸ ਟਾਈਮ ਪੀਰੀਅਡ ਇਜ਼ ਨੋਨ ਐਜ਼ ਲਾਈਫ ਸਪੈਨ।
ਤਾਂ ਉਹ ਬੜਾ ਡੈਫੀਨੇਟ ਲਾਈਫ ਸਪੈਨ ਜਿਹੜਾ ਹੈ ਉਹ ਜਿਉਂਦੇ ਹੈ। ਮੈਨ ਇੱਕ ਡੈਫੀਨੇਟ ਪੀਰੀਅਡ ਹੈ, ਇਹ ਤਾਂ ਹੈ ਨਹੀਂਗਾ ਕਿ 200-250 ਸਾਲ 500 ਸਾਲ ਮੈਨ ਕੋਈ ਹੈ ਉਹ ਜਿਉਂ ਰਿਹਾ, ਜਾਂ ਕੋਈ ਵੀ ਐਨੀਮਲ ਹੈ, ਪਲਾਂਟਸ ਹੈ ਜਾਂ ਟਰੀਜ਼ ਹੈ, ਉਹਨਾਂ ਦੀ ਵੀ ਇੱਕ ਜਿਹੜੀ ਹੈ ਲਿਮਿਟ ਹੈ ਜਿੱਥੋਂ ਤੱਕ ਉਹਨਾਂ ਦੀ ਜ਼ਿੰਦਗੀ ਜਿਹੜੀ ਹੁੰਦੀ ਹੈ। ਸੈਲੂਲਰ ਆਰਗੇਨਾਈਜੇਸ਼ਨ ਆਫ ਦ ਬੋਡੀ is the defining feature of life forms. Cellular organization यानी सारी लिविंग बींग्स ਦੀ ਜਿਹੜੀ ਹੈ ਬੋਡੀ ਉਹ ਸੈੱਲ ਤੋਂ ਬਣੀ ਹੈ, ਲਿਵਿੰਗ ਸੈੱਲ। ਪਲਾਂਟਸ ਦੇ ਵਿੱਚ ਪਲਾਂਟ ਸੈੱਲ ਬਾਰੇ ਅਸੀਂ ਪੜ੍ਹਦੇ ਹਾਂ, ਐਨੀਮਲ 'ਚ ਐਨੀਮਲ ਸੈੱਲ ਬਾਰੇ ਅਸੀਂ ਪੜ੍ਹਦੇ ਹਾਂ। ਆਫਕੋਰਸ ਸੈੱਲ ਹੈਗੇ ਡਿਫਰੈਂਟ ਟਾਈਪ ਦੇ, ਪਰ ਬੇਸਿਕ ਜਿਹੜਾ ਹੈ ਸਟਰਕਚਰਲ ਫੰਕਸ਼ਨਲ ਯੂਨਿਟ ਜਿਹੜਾ ਹੈ ਲਿਵਿੰਗ ਆਰਗੇਨਿਜ਼ਮਸ ਦਾ ਉਹ ਇੱਕ ਸੈੱਲ ਹੈ। ਸੋ ਸੈਲੂਲਰ ਆਰਗੇਨਾਈਜੇਸ਼ਨ ਹੈ। ਦੈਨ ਕੌਨਸ਼ੀਅਸਨੈਸ ਕੀ ਹੁੰਦਾ ਹੈਗਾ? ਏਬਿਲਿਟੀ ਟੂ ਸੈਂਸ ਦੇਅਰ ਸਰਾਊਂਡਿੰਗ ਔਰ ਐਨਵਾਇਰਮੈਂਟ ਐਂਡ ਰਿਸਪੌਂਡ ਟੂ ਦੀਜ਼ ਐਨਵਾਇਰਮੈਂਟਲ ਸਟੀਮੂਲਾਈ। ਆਪਾਂ ਗੱਲ ਕੀਤੀ ਸੀ ਜਿਸ ਤਰ੍ਹਾਂ ਪਿੰਨ ਖੋਬਦਾ ਹੈ ਜਾਂ ਗਰਮ ਪਾਣੀ 'ਚ ਹੱਥ ਜਿਹੜਾ ਹੈ ਅਸੀਂ ਪਾਇਆ ਇੱਕਦਮ ਬਾਹਰ ਨਿਕਾਲ ਲੈਂਦੇ ਹਾਂ ਕਿਉਂਕਿ ਬਹੁਤ ਜ਼ਿਆਦਾ ਸੀ ਪਾਣੀ ਗਰਮ, ਤਾਂ ਦੈਟ ਮੀਨਸ ਉਹ ਹੈਗਾ ਸੀ ਸਟਿਮੂਲਸ ਜਿਹੜਾ ਹੌਟ ਵਾਟਰ ਹੈ, ਔਰ ਹੱਥ ਪਿੱਛੇ ਕਰ ਲੈਣਾ, that is our response to that. So consciousness is the defining property of living organisms. The living organisms can be defined as self-replicating, replica ਆਪਣੇ ਵਰਗਾ ਹੋਰ ਬਣਾ ਸਕਦੇ ਹਨ, ਪੈਦਾ ਕਰਦੇ ਹਨ। self-replicating, evolving, evolution ਹੋਏਗੀ ਉਹਨਾਂ 'ਚ, and self-regulating interactive systems capable of responding to external stimuli. ਤਾਂ ਲਿਵਿੰਗ ਆਰਗੇਨਿਜ਼ਮਸ ਦੇ ਬਾਰੇ ਡਿਫਾਈਨ ਕਰਨ ਵੇਲੇ ਅਸੀਂ ਕੀ ਲਿਖਣਾ ਹੈ ਕਿ ਇਹ ਸੈਲਫ ਰੈਪਲੀਕੇਟਿੰਗ ਹੁੰਦੇ ਨੇ, ਇਵੋਲਵਿੰਗ ਹੈ, ਸੈਲਫ ਰੈਗੂਲੇਟਿੰਗ ਇੰਟਰੈਕਟਿਵ ਸਿਸਟਮਸ ਜਿਹੜੇ ਕਿ ਇਸ ਯੋਗ ਨੇ ਕਿ ਉਹ ਰਿਸਪੌਂਡ ਕਰ ਸਕਣ ਐਕਸਟਰਨਲ ਸਟਿਮੂਲਾਈ ਦੇ ਪ੍ਰਤੀ। ਐਂਡ ਆਲ ਲਿਵਿੰਗ organisms present, past and future are linked to one another by sharing of common genetic material but to varying degrees. यानी कि चाहे organisms ਪਹਿਲਾਂ ਹੁਣ ਹੈਗੀ ਆ ਜਾਂ ਇਸ ਤੋਂ ਪਹਿਲਾਂ ਹੁੰਦੇ ਸਨ ਪਾਸਟ 'ਚ ਜਾਂ ਅੱਗੋਂ ਫਿਊਚਰ 'ਚ ਹੋਣਗੇ, they are linked to one another by sharing of the common genetic material ਜਿਹੜਾ ਹੈ ਕਿਸ ਹੱਦ ਤੱਕ ਵੇਰਿੰਗ ਡਿਗਰੀਜ਼। ਡਾਇਵਰਸਿਟੀ ਇਨ ਦ ਲਿਵਿੰਗ ਵਰਲਡ, ਬਾਇਓਡਾਇਵਰਸਿਟੀ ਕੀ ਹੈਗਾ? ਬਾਇਓ ਆਫਕੋਰਸ ਲਿਵਿੰਗ, ਡਾਇਵਰਸਿਟੀ ਵਿਭਿੰਨਤਾ। ਤਾਂ ਬਾਇਓਡਾਇਵਰਸਿਟੀ ਇਨਕਲੂਡਸ all type of organisms present on the earth. Till now 1.7 to 1.8 million species। ਇਹ ਤੇ ਅਲੱਗ ਹੀ ਕੁਐਸਚਨ ਆ ਜਾਂਦਾ ਹੈ ਜੀ ਕਿ ਕਿੰਨੀਆਂ ਸਪੀਸ਼ੀਜ਼ ਅਰਥ 'ਤੇ ਜਿਹੜੀਆਂ ਨੇ ਹੁਣ ਤੱਕ ਹੈਗੀਆਂ ਨੇ। ਤਾਂ ਇੱਕ ਲਗਭਗ ਅਪਰੋਕਸੀਮੇਟ ਜਿਹੜਾ ਅੰਦਾਜ਼ਾ ਹੈ ਦੈਟ ਇਜ਼ 1.7 ਮਿਲੀਅਨ ਤੋਂ ਲੈ ਕੇ 1.8 ਮਿਲੀਅਨ ਸਪੀਸ਼ੀਜ਼ ਜਿਹੜੀਆਂ ਕਿ ਹੁਣ ਤੱਕ ਡਿਸਕ੍ਰਾਈਬ ਕੀਤੀਆਂ ਜਾ ਚੁੱਕੀਆਂ। ਦੇਅਰ ਆਰ ਸਟਿਲ ਮੈਨੀ, ਦੇਅਰ ਆਰ ਮਿਲੀਅਨ ਟਾਈਪਸ ਆਫ ਪਲਾਂਟਸ ਐਂਡ ਐਨੀਮਲਸ ਨੋਨ ਇਨ ਦੇਅਰ ਓਨ ਏਰੀਆਜ਼ ਬਾਏ ਲੋਕਲ ਨੇਮਸ। ਦੋ ਤਰ੍ਹਾਂ ਦੇ ਨਾਮ ਹੁੰਦੇ ਆ ਬੱਚਿਓ, ਇੱਕ ਹੁੰਦਾ ਹੈਗਾ ਲੋਕਲ ਨੇਮ, ਜਿਹੜੀ ਰੀਜਨ 'ਚੋਂ ਪਾਇਆ ਜਾਂਦਾ ਉਸ ਨੂੰ ਲੋਕਲ ਨੇਮ ਕਹਿੰਦੇ ਆ। ਇੱਕ ਹੁੰਦਾ ਸਾਇੰਟੀਫਿਕ ਨੇਮ, ਯਾਨੀ ਕਿ ਵਿਗਿਆਨੀ ਜਿਹੜੇ ਹੈ, ਮੰਨ ਲਓ ਸਾਰੇ ਇਕੱਠੇ ਹੁੰਦੇ ਆ, ਬਹੁਤ ਸਾਰੇ ਕੰਟਰੀਜ਼ ਦੇ ਵਿਗਿਆਨੀ ਇਕੱਠੇ ਹੋਣਗੇ, ਤਾਂ ਜੇ ਆਪਾਂ ਲੋਕਲ ਨੇਮ ਦੇ ਨਾਲ ਉਹਨਾਂ ਪਲਾਂਟਸ ਦਾ ਨਾਮ ਲਾਂਗੇ ਤਾਂ ਸਾਰਿਆਂ ਨੂੰ ਸਮਝ ਨਹੀਂ ਆਏਗੀ। ਪਰ ਸਾਇੰਟੀਫਿਕ ਨੇਮ ਦੇ ਨਾਲ ਉੱਥੇ ਉਹ ਇੱਕੋ ਹੀ ਨੇਮ ਜਿਹੜਾ ਹੈ ਉਹ ਸਾਹਮਣੇ ਰੱਖਿਆ ਜਾਏਗਾ ਅਤੇ ਉਹ ਡਿਸਕਸ ਕੀਤਾ ਜਾ ਸਕਦਾ ਹੈ। ਦੈਨ ਕਮਸ ਅਰਨਸਟ ਮਾਇਰ। ਇਹਨਾਂ ਦੇ ਅਰਨਸਟ ਮਾਇਰ ਵਾਸ ਦ ਕਾਲਡ ਦ ਡਾਰਵਿਨ ਆਫ 20th ਸੈਂਚੁਰੀ। ਠੀਕ ਹੈ, ਡਾਰਵਿਨ ਉਹਨਾਂ ਦੇ ਬਾਰੇ ਆਪਾਂ ਐਵੋਲਿਊਸ਼ਨ ਚੈਪਟਰ 'ਚ ਵੀ ਅੱਗੇ ਜਾ ਕੇ ਪੜ੍ਹਾਂਗੇ। ਤਾਂ ਅਰਨਸਟ ਮੇਅਰ ਜਿਹੜੇ ਸੀ ਉਹਨਾਂ ਨੂੰ ਕਿਹਾ ਜਾਂਦਾ। ਸੋ 1 ਮਾਰਕ ਕੁਐਸਚਨ ਹੈ ਨਾ, ਇਹ ਆਪਾਂ ਨੋਟ ਯਾਦ ਰੱਖਣਾ। ਦ ਡਾਰਵਿਨ ਆਫ 20th ਸੈਂਚੁਰੀ ਕਿਹਨਾਂ ਨੂੰ ਕਿਹਾ ਜਾਂਦਾ? ਅਰਨਸਟ ਮਾਇਰ।
ਕਿਉਂ ਕਿਹਾ ਜਾਂਦਾ ਹੈ ਜੀ? ਹੀ ਗੇਵ ਕਰੰਟਲੀ ਅਸੈਪਟਡ ਡੈਫੀਨੇਸ਼ਨ ਆਫ ਬਾਇਓਲੋਜੀਕਲ ਸਪੀਸ਼ੀਜ਼। ਇਹਨਾਂ ਨੇ ਬਾਇਓਲੋਜੀਕਲ ਸਪੀਸ਼ੀਜ਼ ਦੀ ਜਿਹੜੀ ਹੈ ਹੁਣ ਕਰੰਟਲੀ ਯੂਜ਼ ਜਿਹੜੀ ਹੋ ਰਹੀ ਹੈ, ਅਸੈਪਟ ਹੋਈ ਹੈ ਬਾਇਓਲੋਜੀਕਲ ਸਪੀਸ਼ੀਜ਼ ਦੀ ਡੈਫੀਨੇਸ਼ਨ ਉਹ ਦਿੱਤੀ ਸੀ। ਦੈਨ ਕਮਸ ਸਿਸਟਮੈਟਿਕਸ। ਤਾਂ ਜਿਹੜਾ ਇਹ ਵਰਡ ਹੈ ਸਿਸਟਮੈਟਿਕ, ਇਹ ਡਰਾਈਵ ਹੋਇਆ ਜੀ ਲਾਤੀਨੀ ਭਾਸ਼ਾ ਤੋਂ। ਲਾਤੀਨੀ ਭਾਸ਼ਾ ਲੈਟਿਨ ਵਰਡ ਹੈਗਾ ਸਿਸਟੇਮਾ, ਉਸ ਤੋਂ ਹੋਇਆ, ਵਿਚ ਮੀਨਸ ਸਿਸਟਮੈਟਿਕ ਅਰੇਂਜਮੈਂਟ ਆਫ ਆਰਗੈਨਿਜ਼ਮਸ। ਇਟ is study of organism and all their comparative and evolutionary relationship derived from their comparative anatomy। anatomy ਕੀ ਹੁੰਦਾ ਹੈ ਜੀ? ਜਦੋਂ ਆਪਾਂ ਸਿੱਧੀ ਜੀ ਭਾਸ਼ਾ ਆਮ ਕਾਮਨ ਮੈਨ 'ਚ ਸਮਝੀਏ, ਯਾਨੀ ਆਪਰੇਸ਼ਨ ਕੀਤਾ ਤਾਂ ਉਹ ਬੋਡੀ ਜਿਹੜੀ ਅੰਦਰੋਂ ਓਪਨ ਕਰਕੇ ਉਹਦੇ 'ਚ ਦੇਖਦੇ ਹਾਂ ਕਿਹੜੇ ਕਿਹੜੇ ਸਿਸਟਮਸ ਅੰਦਰ ਹੈਗੇ ਹੈ, ਦੈਟ ਇਜ਼ anatomy। ਐਂਡ ਕੰਪੈਰੇਟਿਵ ਇਕੋਲੋਜੀ, ਉਹ ਜਿਹੜੇ ਵਾਤਾਵਰਨ 'ਚ ਰਹਿ ਰਹੇ ਹੈਗੇ। ਕੰਪੈਰੇਟਿਵ ਫਿਜ਼ੀਓਲੋਜੀ, ਕੰਪੇਅਰ ਕਰਦੇ ਹਾਂ ਅਸੀਂ ਫਿਜ਼ੀਓਲੋਜੀ ਨੂੰ, ਯਾਨੀ ਕਿ ਹਰੇਕ ਦਾ ਜਿਹੜਾ ਅੰਦਰੂਨੀ ਸਿਸਟਮ ਹੈ ਫਿਜ਼ੀਓਲੋਜੀ, ਕਿਸ ਤਰ੍ਹਾਂ ਉਹ ਫੂਡ ਡਾਈਜੈਸਟ ਹੁੰਦਾ, ਕਿਸ ਤਰ੍ਹਾਂ ਅੱਗੋਂ ਜਿਹੜੇ ਹੈ ਉਹ ਬਰੀਦ ਕਰਦੇ ਹੈਗੇ, ਜਾਂ ਐਕਸਕ੍ਰੀਟਰੀ ਸਿਸਟਮ ਜਿਹੜਾ ਹੈ ਉਹ ਕਿਸ ਤਰ੍ਹਾਂ ਵਰਕ ਕਰ ਰਿਹਾ ਹੈ। ਐਂਡ ਕੰਪੈਰੇਟਿਵ ਬਾਇਓਕੈਮਿਸਟਰੀ। The scope of systematic was later enlarged to include identification, nomenclature and classification। यानी कि ਅੱਗੋਂ ਸਿਸਟਮੈਟਿਕ ਦੇ ਵਿੱਚ ਕੀ ਹੈਗਾ ਜਿਹੜਾ ਸਟੱਡੀ ਕਰਦੇ ਆ, ਆਈਡੈਂਟੀਫਿਕੇਸ਼ਨ ਯਾਨੀ ਪਛਾਣਨਾ ਕਿ ਉਹਨਾਂ ਆਰਗੈਨਿਜ਼ਮਸ ਨੂੰ ਨਾਮਕਰਨ ਕਰਨਾ, ਨੋਮਨਕਲੇਚਰ, ਅਤੇ ਫਿਰ ਉਹਨਾਂ ਨੂੰ ਕਲਾਸੀਫਾਈ ਕਰ ਦੇਣਾ। ਜਿਸ ਤਰ੍ਹਾਂ ਆਪਾਂ ਕਿੰਗਡਮਸ ਦੇ ਵਿੱਚ ਅੱਗੇ ਦੇਖਦੇ ਹਾਂ ਕਲਾਸੀਫਿਕੇਸ਼ਨ। Now next this is one mark question which you may have in your competition exams also। Who was Linnaeus? ठीक है, तो Linnaeus ਪਹਿਲਾਂ ਮੈਂ ਇੱਕ ਗੱਲ ਹੋਰ ਕਹਿ ਦਾਂ ਬੱਚੇ, ਸਪੈਲਿੰਗ 'ਤੇ ਜ਼ਰੂਰ ਧਿਆਨ ਰੱਖਣਾ। ਇਟ ਇਜ਼ INNAE, ਅਕਸਰ ਭੁੱਲ ਜਾਂਦੇ ਆ ਬੱਚੇ, EUS ਹੈ, ਇੱਥੇ ਧਿਆਨ ਰੱਖਣਾ। ਸੋ ਪੂਰਾ ਨਾਮ ਇਹਨਾਂ ਦਾ ਨਾਮ ਹੈ ਜੀ ਕੈਰੋਲਸ, CAROLUS, ਕੈਰੋਲਸ ਲੀਨੀਅਸ। ਤਾਂ ਹੀ ਇਜ਼ ਕੰਸੀਡਰਡ ਐਜ਼ ਫਾਦਰ ਆਫ ਸਿਸਟਮੈਟਿਕਸ। ਸਿਸਟਮੈਟਿਕਸ ਦੇ ਪਿਤਾਮਾ ਵਜੋਂ ਜਾਣਿਆ ਜਾਂਦਾ ਹੈ। ਔਰ ਇਹਨਾਂ ਨੇ ਕਿਹੜੀ ਕਿਤਾਬ ਲਿਖੀ ਸੀ? ਕਿਤਾਬ ਦਾ ਨਾਮ ਹੈ ਜੀ ਸਿਸਟੇਮਾ ਨੈਚੁਰੇ, ਰਿਟਨ ਬਾਏ ਕੈਰੋਲਸ ਲੀਨੀਅਸ। The branch of systematic which deals with ordering, किसी order च place करना organisms into groups on the basis of similarities and differences, ਉਹਨੂੰ ਕਹਿ ਦਿੰਦੇ ਆ ਜੀ classification, ਵਰਗੀਕਰਨ ਕਰਨਾ। ਠੀਕ ਹੈ, order ਦੇ with order of organism, ਉਹਨਾਂ ਨੂੰ ਗਰੁੱਪ ਦੇ ਵਿੱਚ ਉਹਨਾਂ 'ਚ ਕਿਹੜੀਆਂ similarities ਨੇ ਅਤੇ ਕਿਹੜੇ ਉਹਨਾਂ ਦੇ ਵਿੱਚ differences ਹੈ, ਉਹਨਾਂ ਦੇ ਆਧਾਰ 'ਤੇ ਉਹਨਾਂ ਨੂੰ ਜਿਹੜਾ ਕਲਾਸੀਫਾਈ ਕਰਦੇ ਹਾਂ। ਤਾਂ ਦ ਬ੍ਰਾਂਚ ਆਫ ਸਿਸਟਮੈਟਿਕ ਦੀ ਉਹ ਬ੍ਰਾਂਚ ਜਿਹੜੀ ਕਿ ਇਹਨਾਂ ਦੇ ਸਿਮਿਲੈਰਿਟੀ ਡਿਫਰੈਂਸਿਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਉਹਨਾਂ ਨੂੰ ਗਰੁੱਪਸ ਦੇ ਵਿੱਚ ਜਿਹੜਾ ਹੈ ਵੰਡਦੀ ਹੈ। ਨੈਕਸਟ ਟਰਮ ਇਜ਼ ਟੈਕਸੋਨੋਮੀ। ਟੈਕਸੋਨੋਮੀ ਜਿਹੜਾ ਸ਼ਬਦ ਹੈ ਬੱਚਿਓ, ਵਰਡ ਹੈ, ਇਹ ਟਰਮ ਇਜ਼ ਬੇਸਡ ਔਨ ਕਰੈਕਟਰਿਸਟਿਕਸ of all living organisms। Based on characteristics, all living organisms can be classified into different taxa। This process of classification is called taxonomy। So it is a branch of study that deals with principles and procedures of identification, nomenclature and ਕਲਾਸੀਫਿਕੇਸ਼ਨ ਆਫ ਆਰਗੈਨਿਜ਼ਮਸ। ਟੈਕਸੋਨੋਮੀ ਹੈ ਕਿ ਟੈਕਸੋਨੋਮੀ ਬ੍ਰਾਂਚ ਹੈਗੀ ਹੈ ਜਿਹਦੇ 'ਚ ਅਸੀਂ ਸਟੱਡੀ ਕਰਦੇ ਆਂਗੇ ਪ੍ਰਿੰਸੀਪਲਸ ਅਤੇ ਪ੍ਰੋਸੀਜਰਸ ਕਿ ਕਾਹਦੇ ਆਫ ਆਈਡੈਂਟੀਫਿਕੇਸ਼ਨ, ਨੋਮਨਕਲੇਚਰ ਅਤੇ ਕਲਾਸੀਫਿਕੇਸ਼ਨ ਕਿਹਨਾਂ ਦੀ? ਆਰਗੈਨਿਜ਼ਮਸ ਦੀ। ਸੋ ਕੈਰੋਲਸ ਲੀਨੀਅਸ ਇਜ਼ ਫਾਦਰ ਆਫ ਟੈਕਸੋਨੋਮੀ। ਇੱਥੇ ਕੀ ਪੜ੍ਹਿਆ ਸੀ? ਫਾਦਰ ਆਫ ਸਿਸਟਮੈਟਿਕਸ ਵੀ ਕਹਿ ਰਹੇ ਹਾਂ ਜੀ ਇਹਨਾਂ ਨੂੰ। ਨੈਕਸਟ ਫਾਦਰ ਆਫ ਟੈਕਸੋਨੋਮੀ ਵੀ ਇਹਨਾਂ ਨੂੰ ਜਿਹੜਾ ਇਸ ਦਾ ਸ਼੍ਰੇ ਜਾਂਦਾ ਹੈ।
Now here is a practice exercise. ਇਹਦੇ ਵਿੱਚ ਆਪਾਂ ਲੈਨੇ ਆ ਜੀ ਪਹਿਲਾ ਕੁਐਸਚਨ, ਯਾਨੀ ਕਿ ਮਲਟੀਪਲ ਚੋਇਸ ਨੇ। among the following choose the properties shown by living organisms exclusively। ਤਾਂ ਆਪਾਂ ਧਿਆਨ ਨਾਲ ਸੋਚੀਏ ਜੀ ਕੀ ਆਨਸਰ ਹੋ ਸਕਦਾ ਹੈਗਾ ਇਹਦੇ ਵਿੱਚ। growth, increase in mass, self replication, ability, response to touch। ਤਾਂ ਕਿਹੜੇ ਜਿਹੜੇ ਆ ਪੋਸੀਬਲ ਆਨਸਰਸ ਨੇ। ਤਾਂ ਇਹਦੇ 'ਚ ਆਨਸਰ ਜਿਹੜਾ ਹੈ ਜੀ among the following choose the properties shown by the living organisms। ਅੱਛਾ ਇਹਦੇ 'ਚ ਦੇਖੋ ਜਿਹੜੇ ਗਰੋਥ ਦੀ ਗੱਲ ਹੈ ਇਹ ਲਿਵਿੰਗ ਬੀਇੰਗਸ ਕਰਦੇ ਨੇ, ਠੀਕ ਹੈ। ਪਰ ਜੇ ਇਨਕਰੀਜ਼ ਇਨ ਮਾਸ ਦੀ ਗੱਲ ਕਰੀਏ ਤਾਂ ਮਾਸ ਤਾਂ ਇੱਕ ਪਹਾੜੀ ਹੈ, ਉਹ ਤੇ ਹੋਰ ਮਿੱਟੀ ਪੈਰੀ ਰੇਤਾ ਪਈ ਜਾਂਦਾ ਹੈ, ਐਂਡ ਇਟ ਗਰੋਜ਼ ਇਨ ਸਾਈਜ਼, ਤਾਂ ਉਹਦਾ ਮਾਸ ਹੀ ਆ ਉਹ ਤਾਂ ਜ਼ਿਆਦਾ ਹੋ ਰਿਹਾ। ਸੋ ਦੈਟ ਇਜ਼ ਨਾਟ ਅ ਡਿਫਾਈਨਿੰਗ ਪ੍ਰੋਪਰਟੀ। ਐਂਡ ਦੈਨ ਸੈਲਫ ਰੈਪਲੀਕੇਸ਼ਨ ਐਬਿਲਿਟੀ, ਯੈਸ ਦਿਸ ਇਜ਼ ਦੇਅਰ, ਕਿ ਆਪਣੇ ਵਰਗਾ ਉਹ ਰਿਪਰੋਡਿਊਸ ਜਦੋਂ ਕਰਦੇ ਆ, ਆਪਣੇ ਵਰਗਾ ਜਿਹੜਾ ਹੈ ਆਫਸਪ੍ਰਿੰਗ ਉਹ ਪ੍ਰੋਡਿਊਸ ਕਰਦੇ ਆ। ਐਂਡ ਰਿਸਪੌਂਸ ਟੂ ਟੱਚ ਟੂ ਸਟਿਮੂਲਾਈ, ਇਹ ਵੀ ਆਪਾਂ ਪੜ੍ਹਿਆ ਸੀਗਾ ਕਿ ਕੌਨਸ਼ੀਅਸਨੈਸ ਹੈਗੀ ਉਹ ਸਟਿਮੂਲਸ ਦੇ ਪ੍ਰਤੀ ਰਿਸਪੌਂਡ ਕਰਦੇ ਹਨ। ਸੋ ਆਪਾਂ ਦੇਖਿਆ ਸੀ ਗਰੋਥ, ਸੈਲਫ ਰੈਪਲੀਕੇਸ਼ਨ ਐਬਿਲਿਟੀ ਐਂਡ ਰਿਸਪੌਂਸ ਟੂ ਟੱਚ ਸਟਿਮੂਲਸ। ਤਾਂ ਕਿਹੜਾ ਆਂਸਰ ਆਏਗਾ ਜੀ? ਦ ਆਂਸਰ इज बी। नो, ये तो मास आ रहा है, तो फिर कौन सा होगा? द आंसर इज 1, 3 एंड 4। केड़े च आएगा जी? 1, 3, 4। सेल्फ रेप्लिकेशन 3 and 4। okay, next question, who is regarded as the father of taxonomy? Father of taxonomy, ਤਾਂ ਆਪਾਂ ਨਾਮ ਇੱਕੋ ਹੀ ਪੜ੍ਹਿਆ ਸੀ ਜੀ, ਲੀਨੀਅਸ, ਕੈਰੋਲਸ ਲੀਨੀਅਸ। diversity of organisms and their evolutionary relationship is studied scientifically under, ਇਹਨਾਂ ਦੀ ਰਿਲੇਸ਼ਨਸ਼ਿਪ ਵੀ ਆਪਾਂ ਸਟੱਡੀ ਕਰਨੀ ਹੈ। ਸੋ ਉਹ ਕਿਹੜੇ 'ਚ ਕੀਤਾ ਸੀ? we studied under systematics। who is regarded as father of systematic? ਇੱਥੇ ਵੀ ਆਪਾਂ ਲੀਨੀਅਸ ਨਾਮ ਹੀ ਪੜ੍ਹਿਆ ਕਿ ਕੈਰੋਲਸ ਲੀਨੀਅਸ is regarded as the father of systematic lineage, father of systematic। फिफ्थ क्वेश्चन बच्चे, ਇਹਨੂੰ ਆਪਾਂ ਧਿਆਨ ਨਾਲ ਦੇਖੀਏ। all living organism grow, reproduce, show metabolism, all the above। ਕਿਹੜਾ ਆਨਸਰ ਹੋਏਗਾ? ਬਿਲਕੁਲ ਜੀ, ਗਰੋ ਵੀ ਕਰਦੇ ਆ, ਰਿਪਰੋਡਿਊਸ ਵੀ ਕਰਦੇ ਆ, ਮੈਟਾਬੋਲਿਜ਼ਮ ਵੀ ਹੁੰਦਾ ਹੈ। ਸੋ ਡੀ ਇਜ਼ ਦ ਕਰੈਕਟ ਆਨਸਰ। ਪਾਰਟ ਬੀ 2 ਮਾਰਕਸ ਕੁਐਸਚਨਸ ਦੇ ਬਾਰੇ ਇੱਥੇ ਗੱਲ ਕਰ ਰਹੇ ਹਾਂ ਜੀ। ਤਾਂ ਪਾਰਟ ਬੀ ਦੇ ਵਿੱਚ ਹੈ ਡਿਫਾਈਨ ਲਿਵਿੰਗ ਔਰਗੈਨਿਜ਼ਮਸ। ਲਿਵਿੰਗ ਔਰਗੈਨਿਜ਼ਮਸ, ਇਸ ਦੇ ਵਿੱਚ ਬੱਚਿਓ definition, then define systematics and define taxonomy। so here ਅੱਜ ਦੀ ਜਿਹੜੀ ਇਹ ਅਸਾਈਨਮੈਂਟ ਹੈ ਇਹ ਕੰਪਲੀਟ ਹੁੰਦੀ ਆ ਬੱਚੋ, ਔਰ ਇਹ ਪ੍ਰਪੇਅਰ ਕੀਤੀ ਸੀ ਸਤਿਕਾਰਯੋਗ ਹੇਮਲਤਾ ਜੀ, ਲੈਕਚਰਰ ਬਾਇਓਲੋਜੀ, ਦਸੂਆ ਡਿਸਟ੍ਰਿਕਟ ਹੁਸ਼ਿਆਰਪੁਰ ਤੋਂ ਨੇ। ਐਂਡ ਗਾਈਡੈਂਸ ਹੈ ਜੀ ਸ਼੍ਰੀ ਬਿਕਰਮ ਸਿੰਘ ਜੀ ਦਾ, ਤੇ ਸੁਪਰਵਾਈਜ਼ ਕੀਤਾ ਸ਼੍ਰੀਮਤੀ ਜਸਵਿੰਦਰ ਕੌਰ ਜੀ ਨੇ। ਧੰਨਵਾਦ।